सतनाम श्री वाहिगुरु साहिब जीओ। सवैया जागृत मैं सब विश्व बनाए, विलास करे बहु नैन हेरै। ताही की बासन वास्त हवै, स्वप्न बहु आन मनोरथ घेरै। जागृत मैं सब विश्व बनाए। वाहिगुरु जी का खालसा, वाहिगुरु जी की फतेह। सो कल आपां ਕਰਮਾਂ ਦੇ ਸੰਬੰਧ ਵਿੱਚ ਆਰੰਭ ਕੀਤਾ ਸੀ ਕਿ ਸੰਚਿਤ ਕਰਮ, ਪ੍ਰਾਰਬਧ ਕਰਮ, ਕਿਰਿਆਮਾਨ ਕਰਮ ਕਿਹੜੇ ਹੈ। ਸੰਚਿਤ ਕਰਮ ਬਾਰੇ ਪੜ੍ਹਿਆ ਸੀ, ਪ੍ਰਾਰਬਧ ਬਾਰੇ ਪੜ੍ਹਿਆ ਹੈ, ਕਿਰਿਆਮਾਨ ਕਰਮਾਂ ਬਾਰੇ ਜੇ ਆਉਣਾ ਹੈ। ਸੋ ਵੀ ਇਹ ਮਨੁੱਖ ਜਿਹੜਾ ਹੈ ਕਰਮਾਂ ਅਨੁਸਾਰ ਹੀ ਕਈ ਤਰ੍ਹਾਂ ਦੀ ਜੂਨਾਂ ਭੁਗਤਦਾ, ਅੰਡਜ, ਜੇਰਜ, ਸੇਤਜ, ਉਦਭਵ ਦੇ ਰਾਹੀਂ। ਸੋ ਕਦੀ ਇਹ ਸ਼ੁਭ ਕਰਮਾਂ ਕਰਕੇ ਸਵਰਗ ਨੂੰ ਚੜ੍ਹਿਆ ਜਾਂਦਾ, ਮਾੜੇ ਕਰਮ ਕਰਕੇ ਨਰਕ ਨੂੰ ਚੜ੍ਹਿਆ ਜਾਂਦਾ। ਜਦੋਂ ਪੁੰਨ ਪਾਪ ਦੇ ਇੱਕ ਬਰਾਬਰ ਹੁੰਦੇ ਆ, ਫਿਰ ਇਹ ਮਨੁੱਖ ਦੇਹੀ ਵਿੱਚ ਆ ਕੇ ਪਰਿਵਾਰਾਂ ਵਿੱਚ ਬਿਰਾਜਮਾਨ ਹੁੰਦਾ। ਸੋ ਜੋ ਮੱਥੇ ਦੇ ਲੇਖ ਲਿਖੇ ਹੁੰਦੇ ਆ, ਉਹਦੇ ਕਰਕੇ ਇੱਕ ਆਤਮ ਸਰੂਪ ਨੂੰ ਨਹੀਂ ਜਾਣਦਾ। ਕਿਰਤ ਕਰਮ ਕੇ ਵਿਛੜਿਆ ਕਰ ਕਿਰਪਾ ਮਿਲ ਹੋ ਰਾਮ। ਇਹ ਕਰਮਾਂ ਦੀ ਕਿਰਤ ਕਰਕੇ, ਕਰਤੂਤਾਂ ਕਰਕੇ ਪਰਮੇਸ਼ਰ ਤੋਂ ਵਿਛੜਿਆ ਰਹਿੰਦਾ ਹੈ, ਆਪਣੇ ਆਤਮ ਸਰੂਪ ਨੂੰ ਨਹੀਂ ਜਾਣਦਾ। ਜਿਸ ਕਰਕੇ ਅਲਪੱਗ ਪੁਣੇ ਵਿੱਚ ਹੀ ਹਮੇਸ਼ਾ ਹੀ ਇਹ ਆਪਣਾ ਸਮਾਂ ਬਿਤਾ ਦਿੰਦਾ ਹੈ। ਇਹ ਜਿਹੜੀ ਮਨੁੱਖ ਦੇਹੀ ਨੂੰ ਸਫਲਾ ਨਹੀਂ ਕਰਦਾ ਅਤੇ ਕਈ ਜਨਮ ਇਹ ਫਿਰ ਜੂਨਾਂ ਭੁਗਤਦਾ ਹੈ। ਸੋ ਕਰਮਾਂ ਦੇ ਸੰਬੰਧ ਵਿੱਚ ਇਹ ਵਿਸ਼ਾ ਚੱਲ ਰਿਹਾ। ਆਓ ਅੱਜ ਜਿਵੇਂ ਵਿਚਾਰ ਆ ਰਹੀ ਹੈ ਸਰਵਣ ਕਰੀਏ। ਸਵਈਆ ਜਾਗਰਤ ਮੈਂ ਸਭ ਵਿਸ਼ਵ ਬਨਾਏ। ਇਹ ਜੀਵ ਜਿਹੜਾ ਜਾਗਰਤ ਅਵਸਥਾ, ਅੱਜ ਜਦੋਂ ਆਪਾਂ ਜਾਗਦੇ ਹਾਂ ਅਤੇ ਜਾਗਰਤ ਅਵਸਥਾ ਦੇ ਵਿੱਚ ਸਭ ਵਿਸ਼ਵ, ਸਾਰੇ ਵਿਸ਼ਵ ਸੰਸਾਰ ਨੂੰ ਜੋ ਈਸ਼ਵਰ ਵੱਲੋਂ ਬਣਾਏ ਕਈ ਬਣਾਇਆ ਹੋਇਆ ਹੈ। ਵਿਲਾਸ ਕਰੇ ਬਹੁ ਨੈਣ ਨਹੇਰੇ। ਉਸ ਵਿੱਚ ਬਹੁਤ ਸਾਰੇ ਜਿਹੜੇ ਹੈ ਇਹ ਵਿਲਾਸ ਕੌਤਕ ਕਰਦਾ ਹੋਇਆ ਆਪਣੇ ਨੈਣ ਨੇਤਰਾਂ ਦੇ ਨਾਲ ਸਭ ਕੁਝ ਹੀ ਹੀਰੇ ਕਈਏ ਦੇਖਦਾ ਰਹਿੰਦਾ ਅਤੇ ਸਭ ਕੁਝ ਅਗਿਆਨ ਕਰਕੇ ਉਂਝ ਸਾਰਾ ਕੁਝ ਸੰਸਾਰ ਜਗ ਰਚਨਾ ਸਭ ਝੂਠ ਹੈ ਅਤੇ ਵਾਸਤਵ ਵਿੱਚ ਤਾਂ ਕਲਪਨਾ ਮਾਤਰ ਹੀ ਹੈ ਜਿੰਨਾ ਕੁਝ ਵੀ ਦਿਸ ਰਿਹਾ। ਪਰ ਇਹ ਬੜੀ ਰੁਚੀ ਨਾਲ ਤੱਕਦਾ ਰਹਿੰਦਾ ਹੈ, ਸਦਾ ਥਿਰ ਜਾਣ ਕੇ ਆਪਣੇ ਆਪ ਨੂੰ। ਜਾਗਰਤ ਮੈਂ ਸਭ ਵਿਸ਼ਵ ਬਣਾਏ। ਇਸ ਤਰ੍ਹਾਂ ਵੀ ਜਦੋਂ ਜਾਗਰਤ ਅਵਸਥਾ 'ਚ ਹੁੰਦਾ ਹੈ ਜੀਵ, ਸਾਰੇ ਇਹ ਪ੍ਰਿਥਵੀ ਵਿਸ਼ਵ ਪ੍ਰਿਥਵੀ ਨੂੰ ਬਣਾ ਕੇ, ਕਿਉਂਕਿ ਜਾਗਰਤ ਵੇਂਦੇ ਬਣਾਉਂਦੇ ਨਾ ਆਪਾਂ, ਜੇ ਅੱਖਾਂ ਨਾਲ ਦਿਖ ਰਿਹਾ ਹੈ ਅਤੇ ਆਪਾਂ ਜਿੱਧਰ ਜਿੱਧਰ ਵੇਖਾਂਗੇ ਉਹ ਰਚਨਾ ਬਣਾ ਲੈਂਦੇ ਅਤੇ ਉਹਨੂੰ ਬਣਾ ਕਰਕੇ ਰਚਨਾ ਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਰੂਪ ਵੇਖ ਕੇ ਵਿਲਾਸ ਕਰਦਾ। ਫਿਰ ਬਹੁਤ ਜਿਹੜਾ ਨੇਤਰਾਂ ਨਾਲ ਦੇਖਦਾ ਰਹਿੰਦਾ। ਨੇਤਰਾਂ ਵਿੱਚ ਉਹ ਦੁਨੀਆ ਦੇ ਜਿਹੜੇ ਰੰਗ ਰਾਗ ਆ ਉਹ ਤੱਕਦਾ ਰਹਿੰਦਾ, ਵੇਖਦਾ ਰਹਿੰਦਾ। ਅਸਲ ਵਿੱਚ ਹੈ ਤੇ ਨਾਸਵਾਨ, ਇਹ ਸੱਚਿਆਂ ਕਰਕੇ ਵੇਖਦਾ ਰਹਿੰਦਾ। ਤਾਹੀਂ ਕੀ ਬਾਸਨ ਵਸਤ ਹੈ, ਤਾਹੀਂ ਕੀ ਅਤੇ ਤਾਹੀਂ ਕੀ ਕਹੀਏ ਆ ਜਿਹੜੀ ਜਾਗਰਤ ਅਵਸਥਾ, ਜਿਹੜੇ ਜਾਗਰਤ ਅਵਸਥਾ ਵਿੱਚ ਨੇ ਜੋ ਕੁਝ ਆਪਾਂ ਵੇਖਿਆ ਹੁੰਦਾ, ਉਹ ਚਾਹੇ ਸਾਧ ਸੰਗਤ ਜੀ ਕੋਈ ਵੀ ਪਦਾਰਥ ਆ, ਚਾਹੇ ਉਹ ਇਸਤਰੀ ਹੈ, ਜੋ ਵੀ, ਕਿਉਂਕਿ ਇਹੀ ਆਪਾਂ ਵੇਖਦੇ ਹਾਂ, ਹੋਰ ਕੀ ਕਰਦੇ। ਜਾਗਰਤ ਅਵਸਥਾ ਵਿੱਚ ਚਾਹੇ ਉਹ ਪਦਾਰਥ ਹੈ, ਚਾਹੇ ਚੇਤਨ ਮਾਇਆ, ਚਾਹੇ ਜੜ ਮਾਇਆ, ਇਹ ਜਿਹੜਾ ਵੇਖਦੇ ਰਹਿੰਦੇ ਜਾਗਰਤ ਅਵਸਥਾ ਵਿੱਚ। ਤਾਂ ਹੀ ਕੀ ਉਸੇ ਜਾਗਰਤ ਅਵਸਥਾ ਦੇ ਵੇਖੇ ਹੋਏ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਜਿਹੜੀ ਵਾਸਨ ਵਾਸ਼ਨਾ ਹੈ, ਉਹ ਵਾਸ਼ਨਾ ਦੇ ਇਹ ਵਾਸਤ ਕਹੀਏ ਵਾਸਤੇ
हाँ जी, वास्ते ते जां वास्ते ते वास्ते दा वास दा अर्थ ये भी बनदा भी वस के। जागृत अवस्था ਦੇ ਜਿਹੜੇ ਵੇਖੇ ਪਦਾਰਥ ਆ ਉਹਨਾਂ ਦੀ ਵਾਸ਼ਨਾ ਦੇ ਵਾਸਤ ਵਸ ਹੋ ਕੇ ਨਾ ਅਧੀਨ ਹੋ ਕੇ ਸੁਪਨੇ ਬਹੁ ਆਨ ਮਨੋਰਥ ਘੇਰੈ। ਇਹਨੂੰ ਸੁਪਨੇ ਮੈਂ ਸੁਪਨੇ ਦੇ ਵਿੱਚ ਜਾ ਕੇ ਬਹੁਤੇ ਜਿਹੜੇ ਆ ਆਣ ਕਰਕੇ ਮਨੋਰਥ ਕੀ ਹੁੰਦਾ ਮਨ ਦੇ ਖਿਆਲ ਤਰ੍ਹਾਂ ਤਰ੍ਹਾਂ ਦੇ ਫੁਰਨੇ ਉਹ ਇਹਨੂੰ ਘੇਰ ਲੈਂਦੇ। ਕਿੱਦਾਂ ਹੁਣ ਆਪਾਂ ਜਾਗਰਤ ਜੋ ਦਿਨੇ ਵਹਿੰਦੇ ਰਹਿੰਦੇ ਜੋ ਕਰਦੇ ਰਹਿੰਦੇ ਆ ਫਿਰ ਰਾਤ ਉਹ ਸੁਪਨੇ 'ਚ ਆਉਂਦਾ ਜੈਸੀ ਕਰਨੀ ਆ ਉਹ ਜੀ ਫਿਰ ਸ਼ਾਮ ਨੂੰ ਸੁਪਨੇ ਵਿੱਚ ਆਉਣਾ। ਜਿਹੜੇ ਗੁਰਮੁਖ ਪਿਆਰੇ ਸੰਤ ਭਗਤ ਸਿਮਰਨ ਬੰਦਗੀ ਕਰਦੇ ਸੁਪਨੇ ਹੂੰ ਬਰੜਾਏ ਇੱਕ ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਬਰੜਾਉਂਦੇ। ਜਿਹੜੇ ਸਾਡੇ ਵਰਗੇ ਦੁਨੀਆ ਦੇ ਰੰਗ ਰਾਗ ਰੂਪ ਹੋਰ ਪਦਾਰਥ ਗੱਡੀਆਂ ਕਾਰਾਂ ਵੇਂਦੇ ਰਹਿੰਦੇ ਆ ਫਿਰ ਉਹੀ ਸੁਪਨੇ ਵਿੱਚ ਬਹੁਤ ਆ ਕੇ ਵੇਂਦੇ ਰਹਿੰਦੇ। ਸੁਪਨੇ ਬਹੁ ਆਨ ਮਨੋਰਥ ਘੇਰੈ। ਜਾਗਰਤ ਅਵਸਥਾ ਦੀਆਂ ਜਿਹੜੀਆਂ ਵੇਖੇ ਹੋਏ ਪਦਾਰਥਾਂ ਦੀਆਂ ਵਾਸਨਾ ਉਹਦੇ ਇਹ ਵਾਸਤ ਹੈ ਵਸ ਹੋ ਕੇ ਸੁਪਨੇ ਵਿੱਚ ਇਹ ਜੀਵ ਬਹੁਤ ਮਨੋਰਥ ਜਿਹੜਾ ਹੈ ਕਰਦਾ ਤੇ ਉਹ ਮਨੋਰਥ ਨੂੰ ਆਣ ਕੇ ਘੇਰ ਲੈਂਦੇ। ਸੂਖਮ ਥੂਲ ਸਰੀਰ ਦੋ। ਇਸ ਪ੍ਰਕਾਰ ਜਿਹੜਾ ਸੂਖਮ ਸਰੀਰ ਹੈ 17 ਤੱਤਾਂ ਦਾ ਸਥੂਲ ਜਿਹੜਾ 5 ਤੱਤਾਂ ਦਾ ਇਹ ਜਿਹੜੇ ਦੋਵੇਂ ਸਰੀਰ ਆ ਭਰਮ ਤੇ ਅਤ ਹੋਤ ਸੁਖੋਬਤ ਨੇਰ ਹੈ। ਜਿਹੜਾ ਜੀਵਾਤਮਾ ਜਦੋਂ ਜਾਗਰਤ ਅਵਸਥਾ 'ਚ ਹੁੰਦਾ ਉਦੋਂ ਨੇਤਰਾਂ 'ਚ ਜਦੋਂ ਸੁਪਨੇ 'ਚ ਹੁੰਦਾ ਉਦੋਂ ਹਿਤਾ ਨਾਮੇ ਨਾੜੀ 'ਚ ਤੇ ਦੋਵਾਂ ਸਰੀਰਾਂ 'ਚ ਵਿਚਰਦਾ ਭਰਮ ਤੇ ਕਈ ਭਰਮ ਦਾ ਹੋਇਆ ਇਹ ਸੁਖੋਪਤੀ ਅਵਸਥਾ 'ਚ ਆ ਜਾਂਦਾ ਹੈ। ਸੁਖੋਪਤੀ ਅਵਸਥਾ ਭਾਵ ਗੂੜੀ ਨੀਂਦ ਵਿੱਚ ਆ ਕੇ ਆਪਣੀ ਜਿਹੜੀ ਆਤਮਾ ਉਹਦੇ ਬਹੁਤ ਅੰਤ ਨੇੜੇ ਚਲਿਆ ਜਾਂਦਾ। ਬੁੱਧੀ ਜਿਹੜੀ ਆ ਅਗਿਆਨ 'ਚ ਲੀਨ ਹੋ ਜਾਂਦੀ ਹੈ ਤੇ ਅਗਿਆਨ ਜਾ ਕੇ ਜਿਹੜਾ ਪ੍ਰਤੀਬਿੰਬ ਪੈ ਰਿਹਾ ਬ੍ਰਹਮ ਦਾ ਅੰਤःਕਰਨ ਵਿੱਚ ਉੱਥੇ ਇਹ ਜਿਹੜਾ ਹੈ ਸੁਖੋਪਤ ਅਵਸਥਾ ਦੇ ਰਾਹੀਂ ਨੇੜੇ ਚਲਿਆ ਜਾਂਦਾ ਹੈ ਆਤਮਾ ਦੇ ਨੇੜੇ। ਇਹ ਜੀਵਪੁਣਾ ਹਿਤਾ ਨਾਮੇ ਨਾੜੀ 'ਚ ਨੇਤਰਾਂ ਤੋਂ ਜਾਂਦਾ ਹੈ ਸੁਪਨੇ ਵਿੱਚ ਹਿਤਾ ਨਾਮੇ ਨਾੜੀ 'ਚ ਤੇ ਜਦੋਂ ਕਾਰਨ ਦੇਹੀ ਅਗਿਆਨ ਉਹ ਅਗਿਆਨ ਦੀ ਬਿਲਕੁਲ ਨੇੜਤਾ ਹੀ ਆਤਮਾ ਦੇ ਨਾਲ ਤੇ ਉਹ ਅਗਿਆਨ ਨੇ ਕੀ ਕੀਤਾ ਹੈ ਕਮਰੇ ਦੀ ਨਿਆਈ। ਅਗਿਆਨ ਵੇਖੋ ਉਸ ਆਤਮ ਸਰੂਪ ਦੇ ਸਹਾਰੇ ਰਹਿ ਰਹੇ ਤੇ ਆਤਮਾ ਨੂੰ ਢੱਕਿਆ ਹੋਇਆ ਉਸ ਅਗਿਆਨ ਨੇ ਕੋਸ਼ਾਂ ਦੇ ਰਾਹੀਂ ਦੇਹੀ ਦੇ ਰਾਹੀਂ ਐਵੇਂ ਮਨ ਰੂਪ ਹੋ ਕੇ ਬੁੱਧੀ ਰੂਪ ਹੋ ਕੇ ਅਹੰ ਬਿਰਤੀ ਹੋ ਕੇ ਉਸ ਆਤਮ ਸਰੂਪ ਨੂੰ ਢੱਕੀ ਫਿਰਦਾ ਹੈ। ਸੋ ਇੱਥੇ ਕਹਿ ਰਹੇ ਹੈ ਕਿ ਭਰਮਦਿਆਂ ਹੋਇਆਂ ਅਤਿਅੰਤ ਸੁਖੋਪਤੀ ਵਿੱਚ ਇਹ ਨੇੜੇ ਹੋ ਜਾਂਦਾ। ਸੁਖੋਪਤੀ ਅਵਸਥਾ ਕਿਹੜੀ ਨੀਂਦ ਅਵਸਥਾ ਗੂੜੀ ਨੀਂਦ ਉੱਥੇ ਜਾ ਕੇ ਨੇੜੇ ਬਿਲਕੁਲ ਆਤਮਾ ਦੇ ਚਲੇ ਜਾਂਦਾ। ਭਾਵ ਇਹ ਜੀਵ ਆਤਮਾ ਜਿਹੜਾ ਜੀਵ ਆ ਇਹ ਅਵਿਦਿਆ ਵਿੱਚ ਲੀਨ ਹੋ ਜਾਂਦਾ ਤੇ ਗਾੜੀ ਨੀਂਦ ਉੱਤੇ ਕੋਈ ਫੁਰਨਾ ਖਿਆਲ ਨਹੀਂ ਆ। ਕੁਝ ਚਿਰ ਉੱਥੇ ਆਨੰਦ ਆਉਂਦਾ ਜਦੋਂ ਨੀਂਦ ਖੋਲ੍ਹਦੀ ਫਿਰ ਇਹਦੀ ਉਹ ਹਾਲਤ ਹੋ ਜਾਂਦੀ। ਜਿਹੜਾ ਉਹ ਸੁਖੋਪਤ ਅਵਸਥਾ ਬੜੀ ਗਾੜੀ ਨੀਂਦ ਆ ਬੜਾ ਭਾਰੀ ਸੁੱਖ ਆ ਉਹ ਆਤਮਾ ਦਾ ਸੁੱਖ ਆ ਕਿਉਂਕਿ ਉਦੋਂ ਬਿਲਕੁਲ ਵੇਖ ਲਓ ਜਦੋਂ ਬੁੱਧੀ ਅਗਿਆਨ 'ਚ ਲੀਨ ਹੁੰਦੀ ਅਗਿਆਨ ਆਤਮਾ ਦੇ ਬਿਲਕੁਲ ਨੇੜੇ ਚਲਿਆ ਜਾਂਦਾ ਤੇ ਉਦੋਂ ਕਿੰਨਾ ਸੁੱਖ ਹੈ ਗਾੜੀ ਨੀਂਦ 'ਚ ਸਾਨੂੰ ਪਤਾ ਨਹੀਂ ਲੱਗਦਾ। ਨਾ ਤਾਂ ਉੱਥੇ ਕੋਈ ਸੰਸਾਰ ਆ ਨਾ ਉੱਥੇ ਕੋਈ ਕਾਮ ਆ ਨਾ ਕੋਈ ਧੰਦਾ ਨਾ ਕੋਈ ਪਦਾਰਥ ਨਾ ਕੋਈ ਸਰੀਰ ਆ ਕੁਝ ਵੀ ਨਹੀਂ ਪਤਾ ਹੁੰਦਾ ਤੇ ਇਹੋ ਜਿਹੀ ਅਵਸਥਾ ਮਹਾਂਪੁਰਸ਼ਾਂ ਦੀ ਸਦਾ ਹੀ ਹੁੰਦੀ ਹੈ। ਉਹਨਾਂ ਨੂੰ ਸੰਸਾਰ ਇਹ ਦਿਖਦਾ ਹੀ ਨਹੀਂ। ਸੋ ਸੁਖੋਪਤੀ ਵਿੱਚ ਬਹੁਤ ਨੇੜੇ ਚਲਿਆ ਜਾਂਦਾ ਹੈ ਜੀਵਾਤਮਾ।
ਜੀਵਾਤਮਾ ਹੀ ਕਹਾਂਗੇ ਨਾ, ਕਿਉਂਕਿ ਉਹ ਜੀਵਾਤਮਾ ਜਾਗਰਤ ਦੇ ਨੇਤਰਾਂ 'ਚ, ਸੁਪਨੇ 'ਚ ਹਿਤਾਨਾਮੇ ਨਾੜੀ 'ਚ, ਅਤੇ ਸੁਖੋਪਤੀ ਵਿੱਚ ਇਹ ਬੁੱਧੀ 'ਚ ਰਾਹੀਂ ਬੁੱਧੀ ਜਿਹੜੀ ਅਗਿਆਨ 'ਚ ਲੀਨ ਹੋ ਜਾਂਦੀ ਹੈ। ਅਤੇ ਅਗਿਆਨ ਜਾ ਕੇ ਜਿਹੜਾ ਬਿਲਕੁਲ ਅਗਿਆਨ ਦਾ ਤਾਂ ਵਾਸਾ ਹੀ ਕਾਰਨ ਦੇਹੀ 'ਚ ਆ, ਅਤੇ ਕਾਰਨ ਦੇਹੀ ਕਰਕੇ ਸਰੀਰ ਆ, ਕਾਰਨ ਦੇਹੀ ਦੇ ਵਿੱਚ ਹੀ ਜਾ ਕੇ ਉਹ ਬਿੰਬ ਜਿਹੜਾ ਹੈ ਆਤਮ ਸਰੂਪ ਨੇੜੇ ਹੀ ਹੈ, ਪ੍ਰਕਾਸ਼ ਹੋ ਰਿਹਾ। ਸੁਖੋਪਤੀ ਅਵਸਥਾ ਗੂੜ੍ਹੀ ਨੀਂਦ 'ਚ ਬਿਲਕੁਲ ਆਤਮ ਸਰੂਪ ਦੇ ਨੇੜੇ ਚਲਿਆ ਜਾਂਦਾ ਹੈ, ਅਵਿਦਿਆ 'ਚ ਲੀਨ ਹੋ ਜਾਂਦਾ, ਅਤੇ ਉੱਥੇ ਕੁਝ ਚਿਰ ਆਨੰਦ ਆਉਂਦਾ ਹੈ ਇਹਨੂੰ, ਫਿਰ ਉਹੋ ਜਿਹੀ ਇਹਦੀ ਹਾਲਤ ਹੋ ਜਾਂਦੀ ਹੈ ਜਦੋਂ ਉੱਠਦਾ ਹੈ। ਤੀਨ ਅਵਸਥਨ ਮੈਂ ਦੁੱਖ ਸੁੱਖ ਲਹੈ, ਇਸ ਪ੍ਰਕਾਰ ਤਿੰਨਾਂ ਅਵਸਥਾ ਵਿੱਚ ਹੀ ਦੁੱਖ ਸੁੱਖ ਲੈਂਦਾ। ਜਾਗਰਤ 'ਚ ਪ੍ਰਤੱਖ ਦੇਖ ਕੇ, ਸੁਪਨੇ 'ਚ ਜੇ ਚੰਗਾ ਸੁਪਨਾ ਆ ਗਿਆ ਤਾਂ ਵੀ ਸੁੱਖ, ਜੇ ਮਾੜਾ ਆ ਗਿਆ ਤਾਂ ਦੁੱਖ, ਇੱਦਾਂ ਲੈਂਦਾ। ਅਤੇ ਕਾਰਨ ਦੇਹੀ 'ਚ ਜਦੋਂ ਸੁਖੋਪਤੀ ਅਵਸਥਾ 'ਚ ਲੀਨ ਹੁੰਦਾ ਇਹ ਜੀਵਾ, ਉਦੋਂ ਗਾੜੀ ਨੀਂਦ ਦਾ ਸੁੱਖ ਲੈਂਦਾ ਅਤਿਅੰਤੀ। ਇਸ ਤਰ੍ਹਾਂ ਅਤੇ ਇਹ ਉੱਥੇ ਨੀਂਦ ਦਾ ਸੁੱਖ ਲੈਂਦਾ ਕਾਰਨ ਸਰੀਰ ਦੇ ਰਾਹੀਂ ਅਵਿਦਿਆ 'ਚ ਲੀਨ ਹੋ ਕੇ। ਤਿੰਨਾਂ ਅਵਸਥਾ ਵਿੱਚ ਦੁੱਖ ਸੁੱਖ ਬਹੁਤ ਲਹਿ ਪ੍ਰਾਪਤ ਕਰਦਾ ਹੈ। ਸਦ ਏਕ ਅਦ੍ਰਿਸ਼ਟ ਪ੍ਰੇਰੈ, ਪਰ ਇਹਨੂੰ ਜਿਹੜਾ ਦੁੱਖ ਸੁੱਖ ਪ੍ਰਾਪਤ ਕਰਨ ਡਿਆ, ਇਹ ਅਨੁਭਵ ਕਰਨ ਡਿਆ, ਸਦਾ ਜਿਹੜਾ ਏਕ ਆਤਮਾ ਹੈ, ਉਹ ਜਿਹੜਾ ਅਦ੍ਰਿਸ਼ਟ, ਜਿਹੜਾ ਦਿਖਦਾ ਨਹੀਂ, ਇਹਨੂੰ ਨਜ਼ਰ ਹੀ ਨਹੀਂ ਆਉਂਦਾ, ਉਹੀ ਉਹ ਪ੍ਰੇਰਦਾ। ਸਦ ਏਕ ਜੋ ਪਰਮੇਸ਼ਰ ਆ, ਪਰਮਾਤਮਾ ਹੈ, ਇੱਕ ਜਿਹੜਾ ਦਿਸਣ ਵਾਲਾ, ਦਿਸਦਾ ਨਹੀਂ, ਅਦ੍ਰਿਸ਼ਟ ਆ, ਉਹਦੀ ਪ੍ਰੇਰਨਾ ਹੈ। ਇਹ ਤਿੰਨੇ ਅਵਸਥਾ ਵਿੱਚ, ਤਿੰਨ ਅਵਸਥਾ ਕਿਹੜੀਆਂ ਵਾ ਹੁਣੇ ਆਪਾਂ ਪੜ੍ਹੀਆਂ, ਜਾਗਰਤ, ਸੁਪਨ ਅਤੇ ਸੁਖੋਪਤੀ। ਇਹ ਤਿੰਨੇ ਅਵਸਥਾ ਵਿੱਚ ਦੁੱਖ ਸੁੱਖ ਪ੍ਰਾਪਤ ਕਰਦਾ। ਕਿ ਜਾਗਰਤ ਵਿੱਚ ਪ੍ਰਤੱਖ ਵੇਖ ਕੇ ਕੁਝ ਚੰਗਾ ਵੇਖ ਲਿਆ ਸੁਖੀ, ਮਾੜਾ ਵੇਖ ਲਿਆ ਦੁਖੀ। ਸੁਪਨੇ 'ਚ ਵੀ ਉਸੇ ਤਰ੍ਹਾਂ ਹੀ ਚੰਗਾ, ਕੁਝ ਰਾਜਾ ਬਣ ਗਿਆ ਸੁਖੀ ਆ, ਕੰਗਾਲ ਬਣ ਗਿਆ ਦੁਖੀ ਆ। ਅਤੇ ਕਾਰਨ ਅਵਸਥਾ 'ਚ ਸੁੱਖ ਹੈ, ਉਹ ਕੀ ਆ, ਸੁਖੋਪਤੀ ਅਵਸਥਾ ਗਾੜੀ ਨੀਂਦ, ਉੱਥੇ ਗਾੜੀ ਨੀਂਦ ਦਾ ਸੁੱਖ ਲੈਂਦਾ। ਉੱਥੇ ਇਕੱਲਾ ਸੁੱਖ ਹੈ, ਉੱਥੇ ਦੁੱਖ ਨਹੀਂ ਹੈਗਾ, ਉੱਥੇ ਦੁੱਖ ਨਹੀਂ ਹੈਗਾ, ਪਰ ਕੁਝ ਚਿਰ ਦਾ ਸੁੱਖ ਹੈ। ਅਤੇ ਸਦਾ ਇੱਕ ਜਿਹੜਾ ਅਦ੍ਰਿਸ਼ਟ ਆਤਮਾ, ਉਹਦੀ ਪ੍ਰੇਰਨਾ। ਇਹ ਤਿੰਨੇ ਚੀਜ਼ਾਂ ਨੂੰ ਅਨੁਭਵ ਕਰਾਉਣ ਵਾਲਾ ਉਹ ਆਤਮ ਸਰੂਪ ਹੀ ਹੈ, ਉਹ ਤੋਂ ਬਿਨਾਂ ਨਹੀਂ ਅਨੁਭਵ ਹੋ ਸਕਦਾ। ਜੇ ਉਹ ਆਤਮ ਦੀ ਸੱਤਾ ਨਾ ਹੋਵੇ, ਉਹਦਾ ਪ੍ਰਕਾਸ਼ ਨਾ ਹੋਵੇ, ਤਿੰਨਾਂ ਸਰੀਰਾਂ ਦੀ ਦੁੱਖ ਸੁੱਖ ਪ੍ਰਾਪਤ ਦੀ ਜਿਹੜੀ ਹੁੰਦਾ ਦੁੱਖ ਸੁੱਖ ਸਾਨੂੰ ਅਨੁਭਵ, ਉਹ ਨਹੀਂ ਹੋ ਸਕਦਾ। ਉਹ ਇੱਕ ਅਦ੍ਰਿਸ਼ਟ ਆਤਮ ਦਾ ਹੀ ਜਿਹੜਾ ਉੱਥੇ ਪ੍ਰੇਰਨਾ ਹੈ, ਉਹਦੀ ਪ੍ਰੇਰਨਾ ਦੇ ਰਾਹੀਂ ਸਾਰਾ ਕੁਝ ਹੀ ਹੋ ਰਿਹਾ ਹੈ। ਦੋਹਰਾ ਇੱਛਾ ਨਿਚ ਪ੍ਰਿਛਿਆ, ਇਸ ਸੰਸਾਰ ਅੰਦਰ ਜੀਵਾਂ ਨੂੰ ਇਹ ਤਿੰਨ ਪ੍ਰਕਾਰ, ਤਿਰਵਿਧ ਕਰਮ ਕੇ ਭੋਗ, ਤਿਰਵਿਧ ਭਾਵ ਤਿੰਨ ਤਰ੍ਹਾਂ ਦੇ, ਤਿੰਨ ਪ੍ਰਕਾਰ ਜਿਹੜੇ ਕਰਮਾਂ ਦੇ ਜਿਹੜੇ ਫਲਾਂ ਨੂੰ ਭੋਗਣਾ ਪੈਂਦਾ ਹੈ। ਕਿਹੜਾ? ਇੱਕ ਤੇ ਇੱਛਾ ਤੇ ਇੱਕ ਨਿਛ, ਇੱਕ ਪਰਿਛਿਆ। ਇੱਛਾ, ਇੱਕ ਤੇ ਇੱਛਾ ਕਰਕੇ ਜਦੋਂ ਆਪਣੀ ਕੋਈ ਇੱਛਾ ਹੁੰਦੀ, ਇੱਕ ਨਿਛ ਜਦੋਂ ਕੋਈ ਇੱਛਾ ਨਹੀਂ ਹੁੰਦੀ, ਤੇ ਪਰਿਛਿਆ ਜਦੋਂ ਪਰਾਏ ਦੀ ਇੱਛਾ। ਇਹ ਤਿੰਨ ਪ੍ਰਕਾਰ ਦੇ ਕਰਮਾਂ ਦੇ ਭੋਗ ਆ। ਜਨਮ ਆਦਿ ਮਰਨਾਂਤ ਲੋ, ਜਨਮ ਜਨਮ ਆਦਿ ਮਰਨਾ, ਜੰਮਾਂ ਤੋਂ ਆਦਿ ਲੈ ਕੇ ਮਰਨ ਆਂਤ, ਮਰਨ ਦੇ ਅੰਤ ਲਓ ਕਹੀਏ ਤੱਕ, ਕਹਿ ਦੋ ਸਿਆਣੇ ਲੋਕ ਵੀ ਇਹ ਇਸੇ ਤਰ੍ਹਾਂ ਜਿਹੜੇ ਕਰਮਾਂ ਦੇ ਭੋਗ ਭੋਗਣੇ ਪੈਂਦੇ ਆ। ਇਹ ਸਿਆਣੇ ਲੋਕ ਕਥਨ ਕਰਦੇ। ਹਾਂਜੀ, ਇਹ ਸਿਆਣੇ ਲੋਕ ਕਹਿੰਦੇ ਆ ਜਨਮ ਤੋਂ ਲੈ ਕੇ ਜਨਮ ਹੋ ਜਾਂਦਾ, ਫਿਰ ਸਰੀਰ ਵਿੱਚ ਰਹਿੰਦੇ ਆ, ਤੇ ਸਰੀਰ ਵਿੱਚ ਰਹਿਣ ਤੋਂ ਲੈ ਕੇ ਮਰਨ ਤੱਕ ਜਿਹੜੇ ਆ
ਇਹ ਕਰਮਾਂ ਦੇ ਫਲ ਜੀਵ ਭੋਗਦਾ ਹੀ ਹੈ ਨਾ। ਜੋ ਜਨਮ ਲੈਂਦੇ ਆ, ਭਾਵੇਂ ਉਹ ਸੁੱਖ ਹੈ ਭਾਵੇਂ ਦੁੱਖ ਹੈ, ਕਰਮਾਂ ਦੇ ਜਿਹੜਾ ਭੋਗਾਂ ਦਾ, ਕਰਮਾਂ ਦੇ ਫਲਾਂ ਦਾ ਭੋਗ ਹੀ ਹੈ। ਤੇ ਇਹ ਸਿਆਣੇ ਲੋਕ ਕਹਿੰਦੇ ਆ, ਇੱਛਾ, ਜਦੋਂ ਸਾਡੀ ਕੋਈ ਇੱਛਾ ਹੁੰਦੀ ਆ, ਮੇਰਾ ਆਹ ਕੰਮ ਹੋ ਜੇ, ਜੇ ਹੋ ਜਾਏਗਾ ਤੇ ਖੁਸ਼ ਆ, ਨਹੀਂ ਹੋ ਗਿਆ ਤੇ ਦੁੱਖ ਆ। ਤੇ ਨਿੱਛ ਕਿਸੇ ਵੇਲੇ ਇੱਛਾ ਨਹੀਂ ਹੁੰਦੀ ਤਾਂ ਵੀ ਦੁੱਖ ਆ ਜਾਂਦਾ, ਤਾਂ ਵੀ ਦੁੱਖ ਸੁੱਖ ਆ ਜਾਂਦਾ। ਵੀ ਕੋਈ ਚੀਜ਼ ਸਾਨੂੰ ਨਹੀਂ ਵੀ ਚਾਹੀਦੀ, ਉਹ ਪ੍ਰਾਪਤ ਹੋ ਜੇ, ਜੇ ਕਰਤੱਵੀ ਪ੍ਰਾਪਤ ਹੋ ਗਈ, ਕਹਿਣਾ ਲੈ ਇਹਦੀ ਤੇ ਮੈਨੂੰ ਇੱਛਾ ਵੀ ਨਹੀਂ ਸੀ ਤੇ ਆ ਚਲ ਚੰਗਾ ਹੀ ਹੋ ਗਿਆ, ਤੇ ਸੁੱਖ ਹੋ ਜਾਂਦਾ। ਜੇ ਕਿਸੇ ਵੇਲੇ ਇੱਛਾ ਨਹੀਂ ਹੁੰਦੀ, ਨਿੱਛ ਦਾ ਅਰਥ ਆ ਨਾ ਚਾਹੁਣ ਦੇ ਬਾਵਜੂਦ ਵੀ ਦੁੱਖ ਸੁੱਖ ਆਦਿ ਪ੍ਰਾਪਤ ਹੋ ਜਾਣ। ਜਦੋਂ ਅਸੀਂ ਜਿਹੜੀ ਚੀਜ਼ ਨੂੰ ਨਹੀਂ ਚਾਹੁੰਦੇ, ਹੁਣ ਦੁੱਖ ਤੇ ਕੋਈ ਨਹੀਂ ਨਾ ਚਾਹੁੰਦਾ, ਤੇ ਉਹ ਕਿਸੇ ਵੇਲੇ ਸਾਨੂੰ ਪ੍ਰਾਪਤ ਹੋ ਜਾਂਦਾ, ਤੇ ਉਹ ਵੀ ਸਾਡੇ ਕਰਮਾਂ ਦਾ ਫਲ ਆ। ਕਿਸੇ ਵੇਲੇ ਇੱਛਾ ਨਾ ਚਾਹੁੰਦੇ ਬਾਵਜੂਦ ਕੋਈ ਚੀਜ਼ ਸਾਨੂੰ ਨਹੀਂ ਚਾਹੀਦੀ, ਜੇ ਉਹ ਸਾਨੂੰ ਮਿਲ ਗਈ ਆ, ਜੇ ਸਾਡੀ ਲੋੜੀਂਦੀ ਆ, ਲੋੜ ਪੂਰੀ ਕਰਦੀ ਤਾਂ ਸੁੱਖ ਆ, ਜੇ ਨਹੀਂ ਪੂਰੀ ਕਰਦੀ ਤਾਂ ਸਾਨੂੰ ਦੁੱਖ ਆ, ਬਿਪਤਾ ਪੈ ਜਾਂਦੀ। ਤੇ ਪ੍ਰੀਛਾ ਪਰਾਏ ਦੀ ਇੱਛਾ ਅਨੁਸਾਰ, ਪਰਾਈ ਇੱਛਾ, ਕਿਸੇ ਵੇਲੇ ਆਪਾਂ ਪਰਾਇਆਂ ਦੀ ਇੱਛਾ ਪੂਰੀਆਂ ਕਰਨ ਵਾਸਤੇ ਦੁੱਖ ਭੋਗਦੇ ਫਿਰਦੇ ਹਾਂ, ਉਹ ਵੀ ਹੋ ਜਾਂਦਾ। ਕਿਸੇ ਦਾ ਕੰਮ ਕਰਨ ਵਾਸਤੇ ਨਾ ਹੋਵੇ ਤੇ ਦੁਖੀ ਹੋਈ ਜਾਂਦੇ ਆ, ਕਿਉਂ ਨਹੀਂ ਦਾ ਹੋਣ ਡਿਆ ਕੰਮ, ਅਸੀਂ ਬੜੀ ਕਈ ਬੰਦੇ ਲਾ ਦਿੰਦੇ ਆ, ਕੰਮ ਨਹੀਂ ਤਾਂ ਫਿਰ ਬੜਾ ਦੁੱਖ ਮਨਾਉਂਦੇ ਆ। ਇਸ ਤਰ੍ਹਾਂ ਆਪਣੀ ਇੱਛਾ ਅਨੁਸਾਰ, ਦੂਜਿਆਂ ਦੀ ਇੱਛਾ ਅਨੁਸਾਰ, ਤੇ ਤੀਜੀ ਜਿਹੜਾ ਦੂਜੀ ਆ ਨਾ ਚਾਹੁੰਦਿਆਂ ਹੋਇਆਂ, ਤਿਰਵਿਧ ਤਿੰਨਾਂ ਤਰ੍ਹਾਂ ਨਾਲ ਇਹ ਜਿਹੜੇ ਕਰਮਾਂ ਦੇ ਫਲਾਂ ਨੂੰ ਭੋਗਣਾ ਪੈਂਦਾ ਹੈ। ਕਰਮ ਹੋਤ ਪ੍ਰਾਰਬਧ ਤੇ, ਜਿਹੜੇ ਸਿੱਖ ਸੁਣ, ਕਰਮ ਤਾਂ ਪ੍ਰਾਰਬਧ ਦੇ ਨਾਲ ਹੁੰਦੇ ਆ, ਭਾਵ ਜੋ ਵੀ ਦੁੱਖ ਸੁੱਖ ਆ ਉਹਦੇ ਕਰਮਾਂ ਨਾਲ ਹੀ ਪ੍ਰਾਪਤ ਹੁੰਦੇ ਆ। ਪ੍ਰਾਰਬਧ ਤੇ ਕਰਮ ਹੋਤ, ਕਰਮ ਤਾਂ ਪ੍ਰਾਰਬਧ ਦੇ ਨਾਲ ਹੁੰਦੇ ਆ, ਭਾਵ ਜੋ ਵੀ ਦੁੱਖ ਸੁੱਖ ਪ੍ਰਾਪਤ ਹੁੰਦੇ ਆ ਉਹ ਪ੍ਰਾਰਬਧ ਨਾਲ। ਮੂਰਖ ਜਾਣਤ ਨਾਹੀਂ, ਉਹ ਪਿਛਲੇ ਜਨਮ ਤੇ ਕੀਤੇ ਕਰਮਾਂ ਅਨੁਸਾਰ ਪ੍ਰਾਪਤ ਹੁੰਦੇ ਆ, ਪਰ ਮੂਰਖ ਜਾਣਦਾ ਨਹੀਂ। ਜਿਹੜੇ ਮੂਰਖ ਬੇਸਮਝ ਆ, ਉਹ ਇਸ ਗੱਲ ਨੂੰ ਜਾਣਦੇ ਨਹੀਂ, ਸਮਝਦੇ ਨਹੀਂ। ਮਾਨ ਲੈ ਤਾਂ ਅਬ ਮੈਂ ਕੀ, ਤੇ ਉਹ ਇਹ ਮੰਨ ਲੈਂਦੇ ਆ ਕਿ ਇਹ ਮੈਂ ਹੁਣ ਕੀਤੇ। ਕਿਰਿਆਮਾਨ ਜੇ ਆਹੇ, ਜੋ ਕਿਰਿਆਮਾਨ ਕਰਮ ਹਨ, ਉਹ ਜੀਵ ਮੰਨ ਲੈਂਦਾ ਕਿ ਇਹ ਕਰਮ ਹੁਣ ਮੈਂ ਕੀਤੇ। ਜਿਹੜੇ ਕਿਰਿਆਮਾਨ ਕਰਮ ਆ ਨਾ, ਤੇ ਉਹ ਕਿਰਿਆਮਾਨ ਕਰਮ ਕਹਿੰਦੇ ਵੀ ਮੰਨ ਲੈਂਦਾ ਮੂਰਖ ਵੀ ਜਿਹੜੇ ਮੈਂ ਹੁਣ ਕੀਤੇ ਉਹਦਾ ਦੁੱਖ ਸੁੱਖ ਪਾਉਣ ਡਿਆ। ਕਰਮ ਹੋਤ ਪ੍ਰਾਰਬਧ ਤੇ, ਭਾਵ ਕਰਮ ਦਾ ਅਰਥ ਇੱਥੇ ਇਹ ਲੈਣਾ ਵਾ, ਇਹ ਜਿਹੜੇ ਹੁਣ ਆਪਾਂ ਕਰਮ ਕਰਦੇ ਆ ਨਾ, ਇਹ ਸਾਡੀ ਪ੍ਰਾਰਬਧ ਆ, ਇਹ ਸਾਡੇ ਲਿਖਿਆ ਹੋਇਆ ਪਿਆ ਵੀ ਇਹ ਹੀ ਕਰਨਾ, ਇੰਨੇ ਸਮੇਂ ਤੇ ਆਹ ਕਰਨਾ ਉਹ ਕਰਨਾ। ਪਰ ਅਸੀਂ ਕੀ ਸੋਚਦੇ ਆ ਵੀ ਮੈਂ ਹੁਣ ਹੀ ਕਰਨ ਡਿਆ, ਇਹਦੇ ਲਿਖਿਆ ਪ੍ਰਾਰਬਧ ਸਾਡੀ, ਉਹ ਪ੍ਰਾਰਬਧ ਵਾਸਤੇ ਸਰੀਰ ਮਿਲਿਆ, ਤੇ ਸਰੀਰ ਮਿਲਣੇ ਕਰਕੇ ਹੀ ਇਹ ਕੰਮ ਜਿਹੜੀ ਪ੍ਰਾਰਬਧ ਵਾਸਤੇ ਕੰਮ ਕਰਨ ਨੂੰ ਮਿਲਿਆ ਉਹ ਕਰਨੇ ਆ। ਪਰ ਮੂਰਖ ਇਹ ਗੱਲ ਨੂੰ ਜਾਣਦੇ ਨਹੀਂ ਹੈ। ਉਹ ਕੀ ਸਮਝ ਲੈਂਦੇ ਆ, ਉਹ ਮੰਨ ਲੈਂਦੇ ਵੀ ਜਿਹੜੇ ਮੈਂ ਹੁਣ ਕਰਨ ਡਿਆ ਕੰਮ, ਜਿਹਨਾਂ ਨੂੰ ਕਿਰਿਆਮਾਨ ਕਿਹਾ ਜਾਂਦਾ, ਕਹਿੰਦਾ ਮੈਂ ਹੁਣ ਕਰਨ ਡਿਆ। ਜਦੋਂ ਕਹਿੰਦਾ ਮੈਂ ਹੁਣ ਕੰਮ ਕਰਨ ਡਿਆ, ਕਰਮ ਕਰਨ ਡਿਆ, ਫਿਰ ਉਹਦਾ ਇੱਕ ਕਰਤਾ ਬਣ ਜਾਂਦਾ, ਤੇ ਫਿਰ ਭੋਗਤਾ ਤੇ ਬਣਨਾ ਪੈਂਦਾ, ਫਿਰ ਕਰਮ ਇਕੱਠੇ ਹੋ ਜਾਂਦੇ ਦੁਬਾਰਾ, ਜਿਹੜੇ ਇਹਨੂੰ ਜਨਮ ਦਿੰਦੇ। ਜਦੋਂ ਕਰਮ ਇਕੱਠੇ ਹੋ ਗਏ ਫਿਰ ਉਹਦਾ ਫਲ ਤੇ ਭੋਗਣਾ ਹੀ ਪੈਣਾ।
ਹੁਣ ਅਸੀਂ ਕਿੰਨੇ ਕਰਮ ਕਰਨ ਡੇ, ਉਹਦਾ ਫਲ ਇੱਕ ਹੀ ਵਾਰ 'ਚ ਨਹੀਂ ਸਾਰਾ ਮਿਲ ਜਾਣਾ, ਹੌਲੀ ਹੌਲੀ ਮਿਲਣਾ। ਇਹ ਜਿਹੜੇ ਕਰਮ ਆ ਇਹਦੇ ਪ੍ਰਾਰਬਧ ਤੋਂ ਹੁੰਦੇ, ਇਸ ਤਰ੍ਹਾਂ ਵੀ ਬਣ ਜਾਂਦਾ ਕਰਮ ਹੋਤ ਪ੍ਰਾਰਬਧ ਤੇ, ਭਾਵ ਜਿਹੜੇ ਦੁੱਖ ਸੁੱਖ ਆ ਨਾ, ਦੁੱਖ ਸੁੱਖ ਰੂਪੀ ਕਰਮ ਆ ਇਹ ਪ੍ਰਾਰਬਧ ਨਾਲ ਹੁੰਦੇ। ਭਾਵ ਦੁੱਖ ਮਿਲਣਾ ਸੁੱਖ ਮਿਲਣਾ ਇਹ ਪ੍ਰਾਰਬਧ ਜੋ ਲਿਖਿਆ ਉਹੀ ਮਿਲਣਾ। ਮੂਰਖ ਇਹ ਗੱਲ ਨੂੰ ਜਾਣਦੇ ਨਹੀਂ, ਉਹ ਮੰਨ ਲੈ ਤਾਂ ਅਬ ਮੈਂ ਕੀ, ਉਹ ਮੰਨ ਲੈਂਦੇ ਆ ਹੁਣ ਮੈਂ ਜੇ ਕਰੂੰਗਾ ਤਾਂ ਮੈਨੂੰ ਦੁੱਖ ਆਊਗਾ, ਹੁਣ ਜੇ ਮੈਂ ਕਰੂੰਗਾ ਮੈਨੂੰ ਸੁੱਖ ਆਊਗਾ। ਪਰ ਤੁਸੀਂ ਆਪ ਹੀ ਵੇਖ ਲਓ ਵੀ ਜੇ ਇਹੋ ਜਿਹੀ ਗੱਲ ਹੋਵੇ ਫਿਰ ਉਸੇ ਵੇਲੇ ਸਾਨੂੰ ਫਲ ਪ੍ਰਾਪਤ ਹੋ ਜਾਣਾ ਚਾਹੀਦਾ। ਜਿਹੜੇ ਲੀਡਰ ਲੋਕ ਆ ਉਹ ਕਿਸੇ ਦੀ ਸਾਰ ਨਹੀਂ ਲੈਂਦੇ ਅਤੇ ਪਾਪ ਕਰਮ ਕਰਦਿਆਂ ਕੋਈ ਉਹ ਕਸਰ ਨਹੀਂ ਛੱਡਦੇ ਜਿਹੜੇ ਆ ਵਰਤਮਾਨ ਦੇਹ ਦੇ ਵਿੱਚ। ਪਰ ਪ੍ਰਾਰਬਧ ਉਹਨਾਂ ਦੀ ਇਹੋ ਹੀ ਵੀ ਉਹਨਾਂ ਰਾਜੇ ਬਣਨਾ, ਲੀਡਰ ਬਣਨਾ ਅਤੇ ਲੋਕਾਂ ਨੂੰ ਤੰਗ ਕਰਨਾ। ਉਹ ਕਰੀ ਜਾਂਦੇ ਆ, ਅਸੀਂ ਗਾਲਾਂ ਕੱਢੀ ਜਾਂਦੇ ਹਾਂ ਵੀ ਉਹ ਮਰ ਜਾਣ, ਆਹੋ ਜਿਹਾ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ। ਕਿਉਂਕਿ ਜੋ ਪ੍ਰਾਰਬਧ ਕਰਕੇ ਉਹਨਾਂ ਨੂੰ ਸੁੱਖ ਮਿਲਣਾ, ਜਿੰਨਾ ਰਾਜ ਭਾਗ ਮਿਲਣਾ ਉਹ ਉਹਨਾਂ ਨੇ ਭੋਗਣਾ ਹੀ ਭੋਗਣਾ। ਜਦੋਂ ਪ੍ਰਾਰਬਧ ਸਮਾਪਤ ਹੋ ਗਈ, ਉਹ ਸੁੱਖ ਖਤਮ ਹੋ ਗਿਆ, ਫਿਰ ਦੁੱਖ ਦੀ ਵਾਰੀ ਆ ਜੂ, ਅਤੇ ਦੁੱਖ ਦੀ ਵਾਰੀ ਆਊਗੀ ਫਿਰ ਆਪੇ ਉਹ ਜਦੋਂ ਚੜ੍ਹਾਈ ਕਰੂ ਅਤੇ ਉਹਦੀ ਪ੍ਰਾਰਬਧ ਖਤਮ ਹੋਊ ਅਤੇ ਜਿਹੜੇ ਉਹਨੇ ਕਰਮ ਕੀਤੇ ਫਿਰ ਉਹਦੇ ਇਕੱਠੇ ਹੋ ਗਏ ਆ, ਇਹਦੇ ਕਰਕੇ ਫਿਰ ਦੇ ਮਿਲੂ ਉਹਨੂੰ। ਇਸ ਪ੍ਰਕਾਰ ਕਰਮ ਹੋਤ ਪ੍ਰਾਰਬਧ ਤੇ ਜਿਹੜੇ ਭਾਈ ਕਰਮ ਕਹੀਏ ਦੁੱਖ ਸੁੱਖ ਆ ਪ੍ਰਾਪਤ ਹੁੰਦੇ ਆ, ਉਹ ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਪ੍ਰਾਪਤ ਹੁੰਦੇ ਆ। ਮੂਰਖ ਗੱਲ ਨੂੰ ਜਾਣਦੇ ਨਹੀਂ ਹੈ ਅਤੇ ਬੇਸਮਝ ਮਨੁੱਖ ਮੰਨ ਲੈਂਦੇ ਆ ਕਿ ਇਹ ਕਰਮ ਹੁਣ ਮੈਂ ਕੀਤੇ, ਕਿਰਿਆਮਾਨ ਜਿਹੜੇ ਕਿ ਜੋ ਕਿ ਕਿਰਿਆਮਾਨ ਹੈ, ਇਹ ਜਿਹੜੇ ਹੁਣ ਕਰਨ ਡੇ ਇਹਨੂੰ ਕਿਰਿਆਮਾਨ ਕਰਮ ਕਿਹਾ ਜਾਂਦਾ। ਹਾਂਜੀ, ਦੁੱਖ ਸੁੱਖ ਸਾਡਾ ਪਿਛਲੇ ਜਨਮਾਂ ਦਾ ਵਾ, ਸੁੱਖ ਦੁੱਖ ਪੁਰਬ ਜਨਮ ਕੇ ਕੀ, ਗੁਰਬਾਣੀ 'ਚ ਵੀ ਆਉਂਦਾ ਜਿਹੜਾ ਸੁੱਖ ਦੁੱਖ ਆ ਪਹਿਲੇ ਜਨਮਾਂ ਦਾ ਕੀਤੇ ਹੋਏ ਫਲ ਆ। ਅਤੇ ਆ ਕਈ ਵੇਖੋ ਵਿਚਾਰੇ ਅਨੇਕਾਂ ਚੰਗੇ ਕੰਮ ਕਰਦੇ ਪਰ ਫਿਰ ਹੀ ਪਰੇਸ਼ਾਨ ਰਹਿੰਦੇ, ਕਿਉਂਕਿ ਪ੍ਰਾਰਬਧ ਕਰਕੇ ਸਰੀਰ ਮਿਲਿਆ, ਉਹ ਜਿਹੜਾ ਦੁੱਖ ਮਾਰਤੀ ਸਰੀਰ ਮਿਲਿਆ ਤਾਂ ਭੋਗਣਾ ਹੀ ਪੈਣਾ। ਹਾਂਜੀ, ਇਸ ਕਰਕੇ ਕਰਮ ਹੋਤ ਪ੍ਰਾਰਬਧ ਤੇ, ਕਰਮ ਤਾਂ ਜਿਹੜੇ ਆ ਭਾਵੇਂ ਚੰਗੇ ਆ ਮਾੜੇ ਆ ਜਾਂ ਦੁੱਖ ਆ ਸੁੱਖ, ਪ੍ਰਾਰਬਧ ਜਿਹਦੇ ਕਰਕੇ ਸਰੀਰ ਮਿਲਿਆ ਉਹਦੇ ਕਰਕੇ ਹੀ ਉਹ ਪ੍ਰਾਪਤ ਹੋਣੇ ਆ। ਮੂਰਖ ਇਹ ਗੱਲ ਨੂੰ ਜਾਣਦੇ ਨਹੀਂ ਹੈ, ਉਹ ਮੰਨ ਲੈਂਦੇ ਹੁਣ ਮੈਂ ਕੀਤੇ ਕਰਮ ਉਹ ਤੇ ਵੀ ਹੁਣ ਤੂੰ ਕੀਤੇ ਆ ਅਤੇ ਹੁਣ ਤੂੰ ਚੰਗੇ ਕਰਨ ਡਿਆ, ਤੈਨੂੰ ਸੁੱਖ ਕਿਉਂ ਨਹੀਂ ਆਉਣ ਡਿਆ? ਜੇ ਤੂੰ ਹੁਣ ਕੀਤੇ ਆ ਤੂੰ ਮਾੜੇ ਕਰਨ ਡਿਆ ਤੈਨੂੰ ਦੁੱਖ ਫਿਰ ਤੈਨੂੰ ਦੁੱਖ ਕਿਉਂ ਨਹੀਂ ਮਿਲ ਰਿਹਾ? ਜਿਹੜੇ ਕਈ ਚੰਗੇ ਕੰਮ ਕਰਨ ਡੇ ਦੁਖੀ ਤੁਰੇ ਫਿਰਨ ਡੇ। ਜੇ ਤੂੰ ਹੁਣ ਕੀ ਕਿਰਿਆਮਾਨ, ਇਹ ਤਾਂ ਕਿਰਿਆਮਾਨ ਕਰਮ ਆ, ਜੇ ਤੂੰ ਹੁਣ ਕੀਤੇ ਆ ਕਹਿੰਦਾ ਮੈਂ ਤਾਂ ਦਾ ਫਲ ਪਾਉਣ ਡਿਆ। ਜੇ ਤੂੰ ਹੁਣ ਹੀ ਪਾਉਣ ਡਿਆ ਚੰਗੇ ਕਰਕੇ ਦੁੱਖ ਕਿਉਂ ਪਾਉਣ ਡਿਆ? ਕਈ ਮਾੜੇ ਕਰਨ ਡੇ, ਹੁਣ ਕਿਰਿਆਮਾਨ ਕਰਮ ਮਾੜੇ ਕਰਨ ਡਿਆ ਅਤੇ ਉਹ ਸੁੱਖ ਪਾਉਣ ਡੇ। ਅਸਲ ਵਿੱਚ ਪ੍ਰਾਰਬਧ ਦੇ ਕਮਾਲ ਆ, ਉਹਨਾਂ ਪ੍ਰਾਰਬਧ ਜਿਹੜੀ ਕੀਤੀ ਨਾ ਚੰਗੇ ਉਹਦਾ ਫਲ ਉਹ ਚੰਗਾ ਪਾਉਣ ਡਿਆ, ਹੁਣ ਮਾੜੇ ਕਰਨ ਡੇ ਆ। ਅਤੇ ਜਿਹੜੇ ਲੋਕ ਹੁਣ ਚੰਗੇ ਕਰਨ ਡੇ ਆ ਅਤੇ ਉਹ ਸਮਝ ਲਓ ਵੀ ਫਿਰ ਵੀ ਕਹਿੰਦੇ ਅਸੀਂ ਦੁਖੀ ਆ, ਰੋਂਦੇ ਆ, ਉਹ ਸਾਡਾ ਮੂਰਖ ਬੁਣਾ ਵਾ, ਕਿਉਂਕਿ ਅਸੀਂ ਜਾਣਦੇ ਨਹੀਂ, ਮੂਰਖ ਲੋਕ ਆ। ਜੇ ਜਾਣੀਏ ਤਾਂ ਕਹੀਏ ਵੀ ਅਸੀਂ ਪਿਛਲੇ ਜਿਹੜੇ ਕੀਤੇ ਉਹਨਾਂ ਦਾ ਫਲ ਪਾਉਣ ਡੇ ਆ, ਹੁਣ ਚਾਹੀਦੇ ਕਰ ਲਈ ਜਿਹੜਾ ਗਾਹ ਨਾ ਪਾਉਣਾ ਪਵੇ, ਅਤੇ ਜਾਂ ਬੰਦਗੀ ਕਰ ਲਈਏ ਮੁਕਤੀ ਹੋ ਜਾਈਏ ਤਾਂ ਭਲਾ ਹੈ। ਦੋਹਰਾ ਜਨਮ ਧਰਾਵਤ ਤੇ ਕਰਮ, ਉਹੀ ਜਦੋਂ ਕਹਿੰਦਾ ਨਾ ਵੀ ਮੈਂ ਕੀਤੇ ਆ ਕਰਮ, ਜਿਹੜੇ ਹੁਣ ਕੀਤੇ ਦਾ ਫਲ ਪਾਉਣ ਡੇ ਆ। ਜਿਹੜੇ ਕਿਰਿਆਮਾਨ ਕਰਮ ਇਹ ਜਦੋਂ ਜੇ ਚੁੱਪ ਕੀਤਾ ਰਹਿੰਦਾ ਸਮਝ ਕੇ ਵੀ ਮੇਰੀ ਪ੍ਰਾਰਬਧ ਦਾ ਦੁੱਖ ਸੁੱਖ ਹੈ ਅਤੇ ਮੈਂ ਚੁੱਪ ਕਰਕੇ ਜੋ ਵੀ ਕਰਨਾ ਈਸ਼ਵਰ ਨੂੰ ਸਮਰਪਿਤ ਕਰਾਂ, ਅਤੇ ਪਰ ਇਹ ਸਮਝਦਾ ਨਹੀਂ, ਇਹ ਕਹਿੰਦਾ ਮੈਂ ਹੁਣ ਜਿਹੜੇ ਕੀਤੇ ਉਹਦਾ ਫਲ ਮੈਨੂੰ ਮਿਲ ਲਿਆ। ਜਦੋਂ ਕਹਿੰਦਾ ਮੈਂ ਕੀਤੇ ਉਦੋਂ ਬਣ ਜਾਂਦਾ ਕਰਤਾ, ਫਿਰ ਉਹਦਾ ਇਹਨੂੰ ਭੋਗਤਾ ਬਣਨਾ ਪੈਣਾ, ਫਲ ਪਾਉਣਾ ਪੈਣਾ। ਅਤੇ ਜਨਮ ਧਰਾਵਤ ਤੇ ਕਰਮ, ਉਹ ਜਿਹੜੇ ਕਿਰਿਆਮਾਨ ਕਰਮ ਆ ਉਹ ਅੱਗੇ ਫਿਰ ਇਹਨੂੰ ਜਨਮ ਧਰਾਉਂਦੇ। ਫਿਰ ਕਹਿੰਦੇ ਜਨਮ ਲੈ, ਮੰਨ ਲਏ ਅਤੇ ਫਿਰ
ਅਗਿਆਨੀ ਜਿਹੜੇ ਜੀਵ ਇਸ ਤਰ੍ਹਾਂ ਮੰਨ ਲੈਂਦੇ। ਆਗਿਆ ਦਾ ਅਰਥ ਅਗਿਆਨੀ। ਗੈ ਨਾਮ ਗਿਆਨ ਦਾ, ਆ ਨਵ ਰਹਿਤ ਦਾ। ਗਿਆਨ ਤੋਂ ਰਹਿਤ ਭਾਵ ਅਗਿਆਨੀ ਮੰਨ ਲੈਂਦਾ। ਅਤੇ ਜਦੋਂ ਕਿ ਕਰਮ ਪ੍ਰਾਰਬਧ ਅਨੁਸਾਰ ਹੋ ਗਏ ਹਨ। ਹਾਂਜੀ, ਜੋ ਵੀ ਕਰਮ ਹੋਏ ਆ ਜਿਹੜੇ ਆਪਾਂ ਕਰਨ ਦੇ ਤੇ ਪ੍ਰਾਰਬਧ ਦੀ ਸਾਡੀ ਲਿਖੀ ਸੀ, ਪਰ ਅਸੀਂ ਉਲਟਾ ਸੋਚ ਲਿਆ ਵੀ ਨਹੀਂ ਹੁਣ ਮੈਂ ਕਰਨ ਡਿਆ। ਜਦੋਂ ਹੁਣ ਕਰ ਲਿਆ ਕਰਤਾ ਬਣ ਗਿਆ, ਉਹਦਾ ਭੋਗਤਾ ਬਣ ਲਈ। ਇਹ ਅਨੇਕਾਂ ਤਰ੍ਹਾਂ ਦੇ ਜਨਮ ਧਰਨੇ ਪੈਂਦੇ ਇਹਨੂੰ। ਤੇ ਕਰਮ ਤੇ ਦਾ ਅਰਥ ਲੈਣਾ ਵੀ ਉਹ ਜਿਹੜੇ ਕਿਰਿਆਮਾਨ ਕਰਮ ਮੰਨ ਲੈਣਾ ਵੀ ਮੈਂ ਕੀਤੇ, ਉਹਦੇ ਕਰਕੇ ਇਹ ਜਨਮ ਧਰਾਵਤ, ਇਹਨੂੰ ਜਨਮ ਧਰਾਉਂਦੇ ਆ। ਅਤੇ ਇਸ ਤਰ੍ਹਾਂ ਅਗਿਆਨੀ ਇਹ ਮੰਨ ਲੈਂਦਾ ਹੈ ਅਤੇ ਫਿਰ ਜਨਮਾਂ ਦਾ ਮਾਲਕ ਬਣ ਜਾਂਦਾ। ਅੰਡ ਜੇਰ ਸਿਹਤ ਉਤਪੁਜ, ਚਾਰੇ ਖਾਣੀ 'ਚ ਆਉਣਾ ਪੈਂਦਾ ਇਸ ਨੂੰ। ਵੇਈ ਜੋ ਪ੍ਰਾਰਬਧ ਤੇ ਉਹੀ ਜਿਹੜੇ ਉਹਨਾਂ ਕਰਮਾਂ ਨੂੰ ਪ੍ਰਾਰਬਧ ਤੋਂ ਸਮਝਦੇ ਹਨ। ਸਮਝਤ ਸੋ ਸਰਭਾਗਿਆ, ਭਾਵ ਜੋ ਇਹ ਜਾਣ ਲੈਂਦਾ ਹੈ ਕਿ ਜੋ ਵੀ ਮੈਨੂੰ ਦੁੱਖ ਸੁੱਖ ਹੁਣ ਪ੍ਰਾਪਤ ਹੋ ਰਿਹਾ, ਇਹ ਮੇਰੇ ਪੂਰਬਲੇ ਕਰਮਾਂ ਕਰਕੇ, ਸੰਚਿਤ ਕਰਮਾਂ 'ਚ ਪ੍ਰਾਰਬਧ ਕਰਮ ਜਿਹੜਾ ਜਿਹਦੇ ਕਰਕੇ ਮੈਨੂੰ ਦੇਹ ਮਿਲੀ, ਉਹਦੇ ਕਰਕੇ ਮੈਂ ਸਰੀਰ ਦਾ ਦੁੱਖ ਸੁੱਖ ਪਾ ਰਿਹਾ। ਉਹ ਮਨੁੱਖ ਸਰਬ ਕਲਾ ਗਿਆਤਾ ਹੈ। ਸਰਬ ਗਿਆਤਾ ਗਿਆਨਵਾਨ ਹੈ। ਉਹੀ ਆਤਮ ਗਿਆਨੀ ਹੈ, ਉਹੀ ਸੁਗਿਆਨੀ ਹੈ ਜਿਹੜਾ ਜਾਣ ਲੈਂਦਾ। ਵੇਈ ਜੋ ਪ੍ਰਾਰਬਧ, ਜਿਹੜੇ ਵੇਈ ਭਾਵ ਜਿਹੜੇ ਦੁੱਖ ਸੁੱਖ ਪਾਉਂਦੇ ਨਾ, ਉਹ ਦੁੱਖ ਸੁੱਖਾਂ ਨੂੰ ਵੇਖ ਕਹੀਏ ਉਹੀ ਜਿਹੜੇ ਉਹਨਾਂ ਕਰਮਾਂ ਨੂੰ ਪ੍ਰਾਰਬਧ ਤੋਂ ਸਮਝਦੇ ਆ। ਪ੍ਰਾਰਬਧ ਸਮਝਦੇ ਨਾ ਵੀ ਮੇਰੀ ਪ੍ਰਾਰਬਧ ਹੈ ਜਿਹੜਾ ਦੁੱਖ ਸੁੱਖ ਪਾਉਣ ਡਿਆ। ਮੈਂ ਜੋ ਵੀ ਮੈਂ ਕਿਰਿਆ ਕਰਮ ਕਰਨ ਡਿਆ ਮੇਰੇ ਪ੍ਰਾਰਬਧ ਆ। ਜਿਹੜੇ ਇਹ ਸਮਝਦੇ ਸੋ ਸਰਭਾਗਿਆ, ਉਹ ਸਰਬ ਗਿਆਤਾ ਗਿਆਨਵਾਨ ਆ। ਇਹ ਭਾਈ ਸੁੱਖ ਦੁੱਖ ਪੂਰਵ ਜਨਮ ਕੇ ਕੀ, ਇਹ ਦੁੱਖ ਸੁੱਖ ਮੇਰੇ ਪਿਛਲੇ ਜਨਮਾਂ ਦੇ ਕੀਤੇ ਹੋਏ ਮੈਨੂੰ ਮਿਲਣੇ ਆ। ਇਸ ਕਰਕੇ ਮੈਂ ਹੁਣ ਕਰਤਾ ਨਾ ਬਣੂੰਗਾ, ਭੁਗਤਾ ਨਹੀਂ ਬਣੂੰਗਾ। ਜੋ ਵੀ ਕਰਮ ਕਰਨਾ ਪ੍ਰਾਰਬਧ ਸਮਝ ਕੇ ਕਰ ਲੈਣਾ, ਈਸ਼ਵਰ ਨੂੰ ਸਮਰਪਿਤ ਕਰ ਦੇਣਾ। ਜਿਹੜੇ ਇੱਦਾਂ ਸਮਝਦੇ ਆ ਤੇ ਉਹ ਫਿਰ ਸਰਬ ਗਿਆਤਾ ਗਿਆਨਵਾਨ ਆ। ਅਤੇ ਗਿਆਨਵਾਨਾਂ ਦੀ ਅੱਗੇ ਅਵਸਥਾ ਦੱਸਦੇ ਦੋਹਰਾ। ਗਿਆਨ ਉਦੇ ਔਰ ਹੋਤ ਜਬ, ਜਦੋਂ ਹਿਰਦੇ ਵਿੱਚ ਬ੍ਰਹਮ ਗਿਆਨ, ਇਹ ਕਰਮਾਂ ਦੀ ਵਿਧੀ ਵਿਧਾਨ, ਇਸ ਤਰ੍ਹਾਂ ਵੀ ਮੈਂ ਕਰਤਾ ਭੁਗਤਾ ਨਹੀਂ ਹਾਂ, ਇਹ ਗਿਆਨ ਉਦੇ ਹੋ ਜਾਂਦਾ। ਸੰਚਿਤ ਕਰਮ ਵਿਲਾਤ, ਜਿਹੜੇ ਸੰਚਿਤ ਕਰਮ ਆ ਅਨੇਕਾਂ ਜਨਮਾਂ ਦੇ ਇਕੱਠੇ ਹੋਏ ਕਰਮ ਆ, ਵਿਲਾਤ ਕਹੀਏ ਉਹ ਨਾਸ ਹੋ ਜਾਂਦੇ। ਵਿਲਾਤ ਦਾ ਅਰਥ ਨਾਸ ਹੋ ਜਾਂਦੇ। ਸੰਚਿਤ ਕਹੀਏ ਇਕੱਠੇ ਹੋਏ ਕਰਮ ਜਨਮਾਂ ਜਨਮਾਂਤਰਾਂ ਦੇ। ਕਿਰਿਆਵਾਨ ਹੋਵੇ ਨਹੀਂ, ਫਿਰ ਜਦੋਂ ਬ੍ਰਹਮ ਗਿਆਨ ਹੋ ਜਾਂਦਾ, ਜਦੋਂ ਗਿਆਨ ਹੋ ਜਾਂਦਾ, ਸੰਚਿਤ ਕਰਮ ਜਿਹੜੇ ਪਿਛੇ ਇਕੱਠੇ ਹੋਏ ਨੇਕਾਂ ਜਨਮਾਂ ਦੇ ਪਹਿਲਾਂ ਕੀਤੇ, ਉਹਦੇ ਨਾਸ ਹੋ ਜਾਂਦੇ। ਹਾਂਜੀ, ਕਿਰਿਆਮਾਨ ਹੋਵੇ ਨਹੀਂ। ਅਤੇ ਜਿਹੜੇ ਵਰਤਮਾਨ ਸਮੇਂ ਵਿੱਚ ਅਹਮ ਭਾਵ ਲੈ ਕੇ ਜਾਂ ਕੋਈ ਇੱਛਾ ਕਰਕੇ ਕਰਮ ਹੁੰਦੇ ਨਹੀਂ। ਕਿਰਿਆਮਾਨ ਜਿਹੜੇ ਕਰਮ ਕਰਦਾ ਉਹਨੂੰ ਸਮਝਦਾ ਨਹੀਂ ਵੀ ਮੈਂ ਇਹ ਕਰਮ ਕਰਨ ਡਿਆ। ਉਹ ਪ੍ਰਾਰਬਧ ਸਮਝ ਕੇ ਆਪਣਾ ਹੱਥ ਪੱਲਾ ਲਾਈ ਜਾਂਦਾ। ਜਿਹੜਾ ਵੀ ਕੰਮ ਕਰਨਾ ਇੱਛਾ ਨਹੀਂ, ਕੋਈ ਮਤਲਬ ਉਹਨੂੰ ਇੱਛਾ ਨਹੀਂ। ਉਹਦੇ ਮਨ 'ਚ ਕੋਈ ਗੱਲ ਨਹੀਂ ਮੈਂ ਆਹ ਕੰਮ ਕੀਤਾ, ਨਾ ਉਹਨੇ ਕਹਿਣਾ ਮੈਂ ਕੀਤਾ। ਜਦੋਂ ਨੇ ਮੈਂ ਕੀਤਾ ਨਹੀਂ ਕਹਿਣਾ, ਨੇ ਭੁਗਤਾ ਨਹੀਂ ਬਣਨਾ। ਅਤੇ ਕਿਰਿਆਮਾਨ ਦੇ ਹੁੰਦੇ ਨਹੀਂ। ਪ੍ਰਾਰਬਧ ਮਿਟ ਜਾਤ। ਅਤੇ ਜਿਹੜੀ ਪ੍ਰਾਰਬਧ ਕਰਨ ਵਾਲਿਆ ਉਹ ਵੇਖੋ ਉਹਦੇ ਪ੍ਰਾਰਬਧ ਕਰਕੇ ਤੇ ਕਰਮ ਕਰਨ ਡਿਆ, ਉਹ ਕਰੀ ਜਾਣ ਡਿਆ। ਪ੍ਰਾਰਬਧ ਜਿੰਨਾ ਚਿਰ ਦੇਹੀ ਰਹਿਣੀ ਉਹ ਕਰਦਿਆਂ ਅਤੇ ਉਹ ਵੀ ਪ੍ਰਾਰਬਧ ਕਰਮ ਜਿਹੜੇ ਆਪਣਾ ਫਲ ਦੇ ਕੇ ਮਿਟ ਜਾਂਦੇ ਆ, ਤਾਂ ਉਹ ਖਤਮ ਹੋ ਜਾਂਦੇ। ਪ੍ਰਾਰਬਧ ਦੇ ਦੇਹੀ ਮਿਲੀ ਤਾਂ ਆ ਨਾ, ਦੇਹੀ ਮਿਲੀ ਤਾਂ ਪ੍ਰਾਰਬਧ ਕਰਮਣ ਭੋਗਣ ਵਾਸਤੇ, ਉਹ ਉਹਨੇ ਕਰੀ ਜਾਣੇ ਆ। ਪਰ ਉਹਦਾ ਕਰਤਾ ਨਹੀਂ ਬਣਨਾ। ਜਦੋਂ ਕਰਤਾ ਨਹੀਂ ਬਣਨਾ ਅਤੇ ਕਰਮ ਉਹਦੇ ਸੰਚਿਤ ਹੋਣੇ ਨਹੀਂ ਆ। ਅਤੇ ਨਾ ਉਹਦੇ ਜਿਹੜੇ ਕਿਰਿਆਮਾਨ ਕਰਮ ਕਰਨ ਡਿਆ, ਜਿਹੜੇ ਜਿੱਦਾਂ ਹੁਣ ਕਰਨ ਡੇ, ਇਹਨੂੰ ਕਿਰਿਆਮਾਨ ਕਰਮ ਕਹਿੰਦੇ। ਇਹਦਾ ਕਰਤਾ ਨਹੀਂ ਬਣਨਾ। ਜਦੋਂ ਕਰਤਾ ਨਾ ਬਣੇ ਅਤੇ ਗਿਆਨ ਹੋ ਗਿਆ, ਹਿਰਦੇ 'ਚ ਬ੍ਰਹਮ ਗਿਆਨ ਹੋ ਗਿਆ, ਭਾਵੇਂ ਕਰਤਾ ਭੁਗਤਾ ਨਹੀਂ ਆ,
पिछले कीते ब्रह्म ज्ञान दे नाल समाप्त ते जेड़े आ कर्म आ करन दा कोई फल नहीं है, इच्छा नहीं है, लंगर लाते आ तां भी इच्छा नहीं है। हाँ जी, किहदा भला करता तां भी इच्छा नहीं, ये भी मिट जाने आ। ते प्रारब्ध ते चलो शरीर करके भोगन नहीं दिया, वो जड़ा दुख सुख मिलना शरीर नूं वो भोग के ते वो शरीर छड़ जाना, प्रारब्ध मिट जानी है। गुरबाणी जी भी आउंदा है ते ये श्री रामचंद्र भगवान जी ने भी यही कहा सी भी ज्ञानी दे जिहड़े कर्म संच तो मिट जाते हैं ते किरिया मान च वो आउंदा नहीं, करता भुगता बनता नहीं है। ते जिहड़ी है प्रारब्ध ते जिहड़ा वो शरीर धारे वो फल दे के अपना मिट जाने हैं। ज्ञान है कारण कर्म अभ्यास। गुरबाणी च भगत रविदास जी का भी वचन आउंदा, ज्ञान है कारण कर्म अभ्यास, ज्ञान पैत है कर्म है नाश। ज्ञान दे वास्ते कर्मां दा अभ्यास करना पैंदा, कहंदे जदों ज्ञान हो गया फिर कर्म नाश हो जांदे। पर गुरमत दे विच कर्म करने ही पैंदे, भाव अमृत वेले उठना ही है, सारे कुछ करना ही है, बाणी पढ़नी है। ये ब्रह्म ज्ञानी बन के बाणी नहीं छड्डनी, इशनान नहीं छड्डना। ये गुरु नानक साहिब ने बाबा बुढ़ा साहिब जी नूं उपदेश दिता सी। हाँ जी, सो इस तरह ज्ञानी की अवस्था है। ये दोहरे विच दोहरा तीन देह है जीव की, हे सिख इस प्रकार जीव के तीन देह सूक्ष्म कारण ते स्थूल। कही सैत विस्तार, तीन विस्तार के सैत उन्हां बारे विचारां कहियां हन। जां ते तेरे चित में जां ते भी जिस करके, जां ते दा अर्थ वा भी जां दा अर्थ जिस, ते दा अर्थ करके, जिस करके तेरे चित दे विच उपजे ब्रह्म विचार। ये जिहड़े ब्रह्म व्यापक परमेश्वर नूं प्राप्ति करन दी विचार आ वो भी तेरे अंदर पैदा होवे। ब्रह्म सत है, संसार असत है, ये देही असत है, आत्मा सत है। ये जिहड़ी विचार तेरे अंदर पैदा हो जावे तां मैं करके तेन तिन्नां देहां दी बड़ी विस्तार सहित जिहड़ी कथा वार्ता कही। दोहरा पंच भूत ते देह यह, हे सिख ये यह देह, ये जिहड़ी देह आ पंज भूतां तो बनी हुई, पंज तत्तां तो बनी हुई है। पंज तत्त दसे बड़ी यार विषय तां को झूठी जान, इस नूं तू झूठी जान नासवान जान। देह अनित ना नित रहे, ये झूठी आ। झूठा की हुंदा जिहड़ा रहे ना, ये देही अपनी उम्र भोग के सड़ सवा जाती, सड़ सवा हो जाती। सचो एक है आत्मा, एक आत्मा ही तेरा सच्चा साचा स्वरूप है जो सदा रहन वाली है। सो आ विचार मन मान, ओ जड़ी विचार ऐसी महान, तू अपने मन विच हिरदे विच मन लेना कर। आत्मा सच आ ते परमात्मा सच है, बाकी देह सच नहीं है, संसार सच नहीं है। आत्मा परमात्मा एक होकर है, अंतर की दुविधा अंतर ही मरै। इहो जिहा ज्ञानी बन, पांच तत्त को तां रचो जानो चतुर सुजान। ते ये देही नाश हो जाने वाली है, ये देही 2 दिन की प्राहुणी नहीं है, ये खत्म हो जाने वाली है। इनू तू झूठी जान ला, जग रचना सब झूठ है, झूठी आ। सचो एक है आत्मा, एक आत्मा सच है। आदि सच जुगाद सच है भी सच, नानक होसी भी सच। तेरा आत्मा ही नहीं खत्म होंदा, ये बाकी सब कुछ खत्म हो जाता। ये देहा दूहां खत्म हो जानियां, सड़ जानियां। सवैया भौतिक दे सदा जड़ है तम, ये जिहड़ी भौतिक पंज तत्तां, भौतिक नाम तत्त दा हुंदा, तत्तां दी बनी हुई देह आ, ये सदा ही जड़ आ, अपने आप कुछ करने वाली नहीं है। जो सत्ता निकल जाती परमेश्वर की, जिहड़ी वाहिगुरू की जां आत्मा की सत्ता निकल जाती है, वेखो ये पई रह जाती है। इनू भावें किरपानां टोटे टोटे कर दो, कुछ नहीं होना। ये देह जड़ आ ते ताम जड़ है, ताम फिर अज्ञान रूप आ। जदों देह पा लैंदा बंदा इहो जिहा ज्ञानी बन जाता, अपने आत्म स्वरूप नूं नहीं जानता। इहो जिहा ज्ञानी बन जाता, अपने आप नूं नहीं जानता मैं कौन है। कई कहते हो तू मैनूं जानदा नहीं, मैं किड्डा मूर्ख हाँ, अपने आप मूर्ख कह लैंदा। इहो जिहा ज्ञानी बन जाता है ना। ये देह जिहड़ी आ
सदा जाड़िया अग्यान रूप आ। क्यों अग्यान रूप आ? क्योंकि ਇਹਦੀ पैदाइश अग्यान तो हुई आ। ਇਹਦੀ ਕਾਰਨ ਦੇਹੀ ਕੀ अग्यान आ। अग्यान तो सूखम देही आ, सूखम तो ਜਿਹੜੀ ਆ स्थूल देही आ। ਇਹ अग्यान रूप आ। ਇਹਨੂੰ ਪਾਉਂਦਿਆਂ ਹੀ ਆਤਮਾ ਨੂੰ 5 ਤਰ੍ਹਾਂ ਦੇ ਕੋਸ਼ਾਂ ਦੇ ਰਾਹੀਂ ਢੱਕ ਲਿਆ ਜਾਂਦਾ ਤੇ ਫਿਰ ਇਹ अग्यान रूप ही आ। कहना मैं बड़ा दुखी हाँ, मैं बड़ा दुखी। कभी आत्मा दुखी नहीं होंदी। दुखी तो मन, वो सुख दुख जिहड़ा मन का धर्म आ आत्मा च प्रतीत हो जाता। इस करके मेरी लत बड़ी दर्द हो रही है। वो मेरी लत, ये शरीर दा आत्मा नाल कोई लिंक नहीं, वो आत्मा निरयारा है। सत चेतन आनंद स्वरूप आ। ये जिहड़ी है जड़ दुख असत रूप आ। इस करके अज्ञान रूप आ। आत्म चेतन नित सो मानो। आत्मा ते हमेशा चेतन आ, ज्ञान स्वरूप आ। क्योंकि गुर की आ, गुर नाम ज्ञान का, ते गुर की आ चेतन स्वरूप आ। ते चेतन नाम सावधान दा। सावधान कौन? ज्ञानी हुंदा। अज्ञानी ते नहीं सावधान हुंदा। ज्ञानी ते अचेत हुंदा, जिहड़ा अज्ञानी है। आत्मा चेतन स्वरूप, ज्ञान स्वरूप, प्रकाश स्वरूप आ। नित सो मन, फिर नित हमेशा रहन वाला, सदीव काल रहन वाला मनना कर, क्योंकि यह परमेश्वर दी अंश आ। देह अनित मरै जन्म, देह ही जड़ी अनित नासवंत झूठी रहन वाली नहीं, सड़ जानी जिदन सत्ता निकल जाती है ते मरदी है। हाँ जी, ते जन्मदी है, जमदी भी है माता की गर्भ बनाई, मरदी मर के सवाह हो के अनित हो जाती। वो आत्म नित अखंड सो जान, वो आत्मा हमेशा रहन वाला। देह अनित ना नित रहे, आत्मा सदा नित रहन वाला। प्रकाश कभी मरदा नहीं, प्रकाश भी कभी किते गया। आ बल्ब टुट जू कदे विचों प्रकाश थोड़ी चल जाना। बल्ब दे बल्ब का कसूर आ, प्रकाश का कसूर नहीं आ। प्रकाश नूं कट नहीं सकते, वढ़ नहीं सकते, अग नहीं ला सकते। आत्मा हमेशा नित है, अखंड, नाश तो रहत, कभी टोटे टोटे नहीं हो सकता। ऐसा तू जान, जानो कहिए भाई जानो। दे देह दे टोटे टोटे भी हो जाती, नाश भी हो जाती। देखिए देह अमंगल रूप, सिख देखना करो। ये जिहड़ी देही आ अमंगल है, ਇਹਦੇ ਵਿੱਚ कोई खुशी नहीं, खुशी तो रहत है। ऐसे गमां दा घर वाले रूप वाली है, ये गमां दा ही रूप आ। सो आत्मा शुद्ध अदृश्य वखानो, वो आत्मा शुद्ध स्वरूप है। ये देही किहड़ी है? देही अशुद्ध है, ये कई तरह के गंद मंद भरे है, अगे भी आ ही जाएगा शायद। आत्मा शुद्ध स्वरूप है, पवित्र स्वरूप है, जिन्हों कोई भी कलंक नहीं लगता। ये देही दे नाल विषय कमाओ कलंक लग जाता। ये देही नूं सੱਟ पिट लगदी नूं तां भी दाग लग जाता, वो आत्मा नूं नहीं लगता, प्रकाश नूं नहीं लगता। वो शुद्ध स्वरूप है, फिर अदृश्य है। वेखो विखदी भी नहीं आ, ये देही दिखदी, वो दिखदी भी नहीं आ, अदृश्य है, देखण तो रहत आ। ते इस तरह वखान नूं कथन किया जाता। आत्मा शुद्ध स्वरूप है ते अदृश्य रूप है, जिहड़ी ना दिसण वाली, दिखदी नहीं है। ऐसा है उदा गुप्त भेद। ता कहो एक कह नर मूड, ता कहो, ता कहिए उस, ता कहो उस देह नूं, कहो दा अर्थ नूं लेना, उस आत्मा नूं ते उस देह नूं एक कह नर मूड। एक ही कथन करते आ जिहड़े जी अज्ञानी जीव, मूड कहिए मूर्ख बेसमझिया, वो देह दे आत्मा नूं एक ही कथन करी जाते हैं। वेखो उन्हां दी मत मारी हुई है। ये देह की आ? अज्ञान रूप आ, उत्ते दसिया भी आ। ये जड़ आ, फिर ये चेतन नहीं आ देह, आओ जड़ रूप आ, फिर सदा रहन वाली नहीं आ। इत्थे भाव की लेना है इस सवैये चों? ਇਹਦਾ तुकां दा अर्थ ये निकलदा भी देह की आ असत रूप, भाव सदा रहन वाली नहीं। जड़ अपने आप कुछ कर नहीं सकती, सत्ता ना होवे ते आ हथ उठ दे शरीर जिदा मड़ियां च पिया उदा पै रहेगा। जड़ रूप आ, फिर दुख रूप है। इनू किन्ने बीमारियां चिंबड़दियां, जुकाम लग गया, बुखार हो गया, बीमार कैंसर हो गई,
सट्टां लग जांदियां, कई कुछ हो जाता, दुख रूप है, कभी चिंतावां आ जांदियां, फिकर आ जांदी। ते आत्मा की है, ਉਹਦੇ ਤੇ कोई दुख ही नहीं, वो तो सतरूप सदा रहन वाली है। ते फिर की आ, चेतन स्वरूप है, प्रकाश स्वरूप है, सत चेतन ते आनंद स्वरूप है। ਉਹਦਾ ही आनंद सानू ਜਦੋਂ कोई ਆਪਾਂ कोई वस्तु खाने, वो आत्मा का आनंद ही रसना के राही आउंदा। ਅਸੀਂ ਮੰਨ ਲੈਂਦੇ ਹਾਂ भी ये लड्डू च रस आया, जे लड्डू च रस होवे, जिदन बीमार पै जाने या रसां च रस होवे, उदन वो लड्डू कौड़ा को लगदा। आत्मा का वो रस है, प्रतीत विषयां च हुंदा, प्रतीत इंद्रियां च हुंदा। ते इत्थे कह रहे हैं भी वेखो आत्मा सत चेतन आनंद स्वरूप है, वो देही असत दुख जड़ रूप आ। ते तां कहो तां उस देह नूं, उस आत्मा नूं, कहो दा अर्थ नूं लैना, तां दा अर्थ उस लैना, उस देह नूं, उस आत्मा नूं एक कहंदे आ कौन? नर मूल, जेड़े मूर्ख अज्ञानी जीव है। कहो उन ते पस और है मन। ये सुखदेव निर्मले महापुरुष कहते, जां जेड़ा गुरु का अलंकार बनाया, संवाद बनाया सिख नाल, उस गुरु ही कह रहे, कहते दसो सिख सुन भी फिर उन ते उन्हां तो वड्डा पशु और है होर किस नूं मानो कहिए मनना करिए। भाव ਉਹਦੇ पशुओं की न्यायी मनुख समझने चाहिए। करतूत पशु की मांस जात, ते दो लत्तां वाले पशु डंगर एक पूछ तो बिना, उन्होंने पशु कहना चाहिए। जेड़े आत्मा दे देखो परमात्मा की अंश आ, आत्मा प्रात्मा का रूप, प्रात्मा पार ब्रह्म का रूप। गुरु साहब जी का बचन आउंदा है ना कि अचरज कथा महा अनूप, प्रात्मा पार ब्रह्म का रूप। ਉਹਦੇ अचरज कथा ते महा अनुपम कथा। प्रात्मा जिहड़ी ये आत्मा परमेश्वर का रूप है, ये ना हो बूढ़ा ना हो बाला, ना इस दुख नहीं जम जाला, ना हो बिन से ना हो जाए आद जगादी रह समाए, ना इस उसर नहीं इस सीत, ना इस दुश्मन ना इस मीत, ना इस हरख नहीं इस सोग, सब कुछ इसका यो करना है योग। वो आत्मा तो ऐसा है, परमेश्वर भी ऐसा है। तो ये जिहड़ी शरीर की है, ये बुढ़ी हो जाती है, कभी बच्चा बन जाती, कभी दुख आ जाता, कभी जमा की फाही च फस जाती, सूखम देही नास हो जाती, आउंदी जाती रहिंदी है। हाँ फिर ये सुख रूप कितों हो गई? सुख रूप नहीं समझनी। सो ये जिहड़ी अज विचार आई है कर्मां दे संबंध विच, ते संचित कर्म ते जिहड़े किरियामान कर्म है ते प्रारब्ध कर्म आपां पढ़े। ਉਹਦੀ टिप्पणी थोड़ी इवें लिखी है भी जिहड़े नेकां जन्मां विच ही संचित कर्म कीते हैं, जिहड़े अनेकां जन्म च आपां पिछले जन्म जिन्ने धारे कर्म करते रहे हैं, वो जिहड़े इकट्ठे होए पए आ, एक पासे लगे वो संचित कर्म आ। ते ज्ञान जिवें सानू हजे नहीं होया, ज्ञान तो पहलां ते जिवें साडी देह आ, सानू ज्ञान नहीं होया, देह जिन्ने काम करी जाने आ, ये किरियामान कर्म आ, ये किरियामान कर्म आ। जदों ज्ञानवान होइए उदों कोई भी कर्म किरियामान भी नहीं रह जाता। तो एक किरियामान कर्म उदों बनते हैं जो सानू ज्ञान ना हो। तो आपां हुण जिद्दां ये दे परा संचित पे आ, किरियामान करी जाते हैं, तो प्रारब्ध दे भोगी जाते हैं, तिन्हां च फसे रहने हैं। ये किरियामान कर्म आ। तो अनेकां जिहड़े इकट्ठे होए कर्म है ना संचित, उन्हां विचों परपक्ष हुंदा ईश्वर की इच्छा ना भी ये जिद्दां साडा करोड़ कर्म पए आ, परमेश्वर की मर्जी भी कोई एवें भाई साडे किहड़े जन्म का कर्म कढ के आखना भी इनूं दे दईए, इनूं फल भोगाईए। इहदा ईश्वर की इच्छा नाल जिहड़ा कर्म संचित कर्मां विच परपक्ष होया हुंदा ना, प्रफुल्लित होया कर्म परमेश्वर की इच्छा नाल भी इहदा फल भोगाईए इनूं, ते उहदे करके देह मिल जाती है। जिहड़ी देह बनाउंदा जिहड़ा कर्म उहनूं प्रारब्ध कर्म कहा जाता। ये तीन तरह के कर्म आपां पढ़ लए। अगे जिवें होर विचार आऊगी
ਉਹ ਆਪਾਂ ਪੜਾਂਗੇ। ਵੀ ਵੇਖੋ ਮੂਰਖ ਆਤਮਾ ਨੂੰ ਤੇ ਸਰੀਰ ਨੂੰ ਇੱਕ ਹੀ ਕਹੀ ਜਾਂਦੇ, ਦਿਨ ਇੱਕ ਹੀ ਕਹੀ ਜਾਂਦੇ ਆ, ਪਰ ਸੁਣ ਲਓ ਵੀ ਆਤਮਾ ਵਿੱਚ ਦੋਸ਼ ਕਿੰਨੇ ਆ, ਇਹਦੇ ਵਿੱਚ ਵਿਕਾਰ ਕਿੰਨੇ ਆ, ਇਹ ਕਰਦੀ ਕੀ ਫਿਰਦੀ ਆ, ਉਹ ਸਾਰਾ ਜਿਹੜਾ ਗਿਆਵੇਗਾ। ਸੋ ਆਪਾਂ ਕੱਲ੍ਹ ਵਿਚਾਰ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਦੇਖੀਏ ਦੇਹ ਅਮੰਗਲ ਰੂਪ ਸੋ ਆਤਮ ਸੁਧ ਅਦ੍ਰਿਸ਼ ਬਖਾਨੋ, ਤਾਂ ਕਹੋ ਏਕ ਕਹਿ ਨਰ ਮੂੜ, ਕਹੋ ਉਨ ਤੇ ਪਸ ਔਰ ਹੈ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।